ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਜੀ। ਸੁਖ ਦੁਖ ਜਿਹ ਪਰਸੈ ਨਾਹੀ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜਿਹੇ, ਕੰਚਨ ਲੋ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾਗੈ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਬਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਅੱਜ ਜਿਹੜੇ ਅਸੀਂ ਸ਼ਲੋਕ ਵਿਚਾਰਨੇ ਹਨ ਉਹ 13, 14 ਤੇ 15 ਨੰਬਰ ਹਨ। ਕਿਉਂਕਿ ਇਹਨਾਂ ਦਾ ਭਾਵ ਇੱਕ ਹੀ ਹੈ ਤਾਂ ਕਰਕੇ 3 ਸ਼ਲੋਕ ਲੈ ਲਏ। 13, 14 ਤੇ 15 ਨੰਬਰ ਸ਼ਲੋਕ ਜਿਹਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ ਰਲ ਮਿਲ ਕੇ ਵਿਚਾਰਾਂਗੇ। ਕਰੋ ਕਿਰਪਾ ਸਾਰੇ ਮਾਈ ਭਾਈ, ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਆਓ ਸਾਰੇ ਮਿਲ ਕੇ ਉਚਾਰਨ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਵੱਜ ਕੇ ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸ਼ਲੋਕ ਦੇ ਅੰਦਰ ਜੋ ਬਖਸ਼ਿਸ਼ ਕਰਦੇ ਹਨ, ਇਹ 13 ਨੰਬਰ ਸ਼ਲੋਕ ਤੇ ਅੱਜ ਦੀ ਵਿਚਾਰ ਵਿੱਚ ਮੈਂ ਕਹਾਂਗਾ ਪਹਿਲਾ। ਜਦੋਂ ਮੈਂ ਪਹਿਲਾ ਸ਼ਲੋਕ ਕਹਿ ਰਿਹਾ ਇਹਦਾ ਮਤਲਬ ਅੱਜ ਦੀ ਵਿਚਾਰ ਵਿੱਚ ਪਹਿਲਾ ਹੈ। ਲੜੀ ਵਿੱਚ ਇਹ ਸ਼ਲੋਕ 13 ਨੰਬਰ ਹੈ। ਮਹਾਰਾਜ ਕਿਰਪਾ ਕਰ ਰਹੇ ਨੇ। ਸੁਖ ਦੁਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਪਹਿਲਾ ਆਖਰੀ ਅਰਥ ਸਮਝੀਏ। ਸੁਖ ਦੁੱਖ ਇਹ ਤਾਂ ਹਰੇਕ ਦੀ ਸਮਝ ਆ ਗਈ। ਸੁਖ ਤੇ ਦੁੱਖ ਜਿਹੜੇ ਦੋਨੋਂ ਨੇ ਪਰਸ ਹੈ। ਪਰਸ ਦਾ ਮਤਲਬ ਉਹਦਾ ਸਪਰਸ਼ ਨਹੀਂ ਕਰਦੇ। ਸੁਖ ਤੇ ਦੁੱਖ ਜਿਹੜੇ ਦੋਨੋਂ ਸਪਰਸ਼ ਨਹੀਂ ਕਰਦੇ। ਤੇ ਲੋਭ ਤੇ ਮੋਹ ਤੇ ਅਭਿਮਾਨ ਪੰਜ ਇਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ। ਇੱਕ ਸੁਖ ਹੋ ਗਿਆ, ਇੱਕ ਦੁੱਖ ਹੋ ਗਿਆ, ਇੱਕ ਲੋਭ ਹੋ ਗਿਆ, ਇੱਕ ਮੋਹ ਹੋ ਗਿਆ, ਇੱਕ ਅਭਿਮਾਨ ਹੋ ਗਿਆ। ਇਹ ਪੰਜ ਮਹਾਰਾਜ ਕਹਿੰਦੇ ਸਪਰਸ਼ ਨਹੀਂ ਕਰਦੇ ਉਹਦੇ ਉੱਤੇ। ਤੇ ਜਿਹਦੇ ਤੇ ਸਪਰਸ਼ ਨਹੀਂ ਕਰਦੇ, ਜਿਹਦੇ ਉੱਤੇ ਪਹੁੰਚਦੇ ਨਹੀਂ, ਉਹ ਹੈ ਕੌਣ? ਕਹੋ ਨਾਨਕ ਸੁਨ ਰੇ ਮਨਾ,
सो का मतलब वो मूर्त भगवान। गुरु तेग बहादुर महाराज कहते साक्षात वो रब का रूप है, साक्षात वो भगवान का रूप है, जिहदे उत्ते ये पांच चीज़ां पो नहीं सकदियां, जिन्हों स्पर्श नहीं कर सकदियां। यह है आखिरी अर्थ। हुण असीं थोड़ा जिहा समझिए, जदों सुख ते दुख की गल आई, इत्थे जिहड़ा सुख ते दुख का जिक्र आया है, इत्थे सुख का मतलब आत्मिक सुख नहीं है, वो अर्थ ये नहीं करांगे, क्योंकि जे आत्मिक सुख ये अर्थ कर दिते, ਇਹਦਾ ਕੀ मतलब होया भी आत्मिक सुख बंदे ਨੂੰ स्पर्श नहीं करता। आत्मिक सुख वास्ते यतन कर रहे हैं वो स्पर्श कर जान, आत्मिक सुख अंदर दा सुख। इत्थे बाहरी सुखां दा जिक्र है। की हुंदा है जदों बंदे कोले बाहरी सुख आ जाए उदों रब भुलदा है, जदों दुख आ जाए तो रब नूं उलामे दिंदा है। फिर समझियो, जदों बंदे कोले सुख आ जाए, इत्थे जिहड़ा जिक्र गुरु साहब इस श्लोक विच कर रहे ने, बंदे कोले सुख आ जाए तो उन्होंने रब भुल जाता है, जो दुख आ जाए तो बंदा उलामे दिंदा रब नूं लब्बा, एक ही कीता मेरे नाल, एक ही कीता। पर महाराज कहते नहीं, जिहदा इत्थे जिक्र कर रहे हैं भगवान की मूर्त है, रब की मूर्त है। महाराज कहते बाहरी तौर पर उहदे कोले जिन्ने मर्जी सुख होण, उहदे ते इसका भी कोई प्रभाव नहीं। उन्होंने बाहरी तौर पर दुख किन्ने आ जाण, वो अंदर दे उस सुख नूं नहीं छड्डदा, जां इहो कह लो बाहरी आया दुख रब नूं उलामे नहीं दिंदा। चलो मैं उदाहरण दे दिना, आनंदपुर साहब गुरु गोबिंद सिंह सच्चे पातशाह आनंदा दी पुरी ते किहड़ी चीज महाराज कोले नहीं सी भला? सिर ते चौर झुल रहे ने, चिट्टा हाथी वो महाराज नूं चौर करदा है, हीरिया मोतियां लाला नाल जड़िया होया महाराज उत्ते छतर है, चौर है। गुरु गोबिंद सिंह महाराज जी कोले आनंदा दी पुरी विच किहड़ा आनंद ते किहड़ा सुख नहीं सी। ते इसे तो दूजे लोग लै लो, माशीवड़ दा जंगल, जामा लीरो लीर है, पैरां दे विच महाराज दे कच्च ते कंडे वजे पए ने, ना महाराज नूं सौण वास्ते समा नहीं मिलिया, खाण वास्ते कोई चीज नहीं। उत्थे बैठा होया गुरु भी आनंदा दी पुरी बनाई बैठा है। महाराज माशीवाड़े विच भी आनंदा दी पुरी च रह रहे ने। आनंदा दी पुरी दा मतलब उत्थे आए दुख नूं गुरु महाराज ने ये नहीं कहा रब नूं कि रब्बा ये की बन गया, उलामा कोई नहीं। तुसीं देखो सतगुरु गुरु अर्जन देव महाराज जी वो दरबार साहब अमृतसर भी रहमतां वरताउंदे चवर छतर तख्त दे मालक ने बने हुए, पर लाहौर दी जो जाके असीं देखदे हां महाराज दे तत्ती तवी ते बहना, शीश विच रेता पवाना, कि ये दुख किते घट है। महाराज कहंदे मूर्त भगवान ते ओही बनदा है जेड़ा जिन्ने सुख होण उन्हां सुखां विच भी ओही आनंद, ते जिन्ने मर्जी दुखां दा पहाड़ टुट जाए वो दुखां विच आए रब नूं उलामा नहीं दिंदा। आओ गुरु ग्रंथ साहिब दी बाणी चों मैं तुहाडे नाल दो श्लोक साझे कर रहे। एक विच महाराज ने अत दे सुखां दा जिक्र कीता, एक विच अत दे दुखां दा जिक्र कीता। महाराज कहंदे दोनों चीजां जेड़ा बंदा समझ आवे वो रब दी मूर्त बन गया। शब्द है महाराज दा गुरु नानक साहब दे दो श्लोक ने, नदियां होवैं धेनवां, धेन कहंदे ने गौ नूं। ਇਹਦੇ ਚ देखियो किन्ने सुख ने। महाराज कहते गुरु नानक साहब कहते सारियां नदियां जड़ियां ने ये गावां बन के दुध देन लग पैण। नदियां होवैं धेनवां, सोम होवै दुध घीओ। सोम का मतलब हो गया चश्मा, समुंदर नहीं इत्थे अर्थ कीते विद्वाना। चश्मा जिहड़ा चश्मा है उहदे विचों चश्मे विचों दुध दियां घिओ दियां नदियां चलदियां होण, बल्ले बल्ले इन्ना सुख। नदियां होवै धेनवां, सोम होवै दुध घीओ, सगली धरती शक्कर हो गए। मारे कहते सारी धरती शक्कर बन जाए, एडा बड़ा सुख। बई शक्कर का मतलब हो गया सुख हो गया, सहूलत हो गई भी इस धरती उत्ते जिन्नियां सहूलतां ने सारी दी सारियां दे कोल होण। गुरु नानक साहब कहते नदियां होवैं धेनवां, सोम होवै दुध घीओ, सगली धरती शक्कर होवै, खुशी करै नित जियो। अगे ते कमाल ही करती मारे ने, कहते पर्वत सोना रूपा होवै। आ सारे पहाड़ मारे कहते सोने दे बन जाण। पर्वत सोना जिन्नियां भी आस पहाड़ ने, बनस्पति है, जो कुछ दिसदा पिया ये सोना ते चांदी बन जाए। गुरु नानक साहब मारे कहते इन्ने सुख होण। नदियां होवै धेनवां, सोम होवै दुध घीओ, सगली धरती शक्कर होवै, खुशी करै नित जियो। पर्वत सोना रूपा होवै, हीरे लाल जड़ाओ, भी तू है सालाना आखण लह न जाओ। मारे कहते मैं फिर भी तेरी सिफत विच जुड़िया रहा जे इन्ना कुछ मेरे कोल होवे। फिर एक बार समझियो जे सारी धरती शक्कर पदार्थ बन जान,
ਚਸ਼ਮੇ ਜਿਹੜੇ ਉਹਨਾਂ ਵਿੱਚੋਂ ਦੁੱਧ ਤੇ ਘਿਓ ਦੇ ਚਸ਼ਮੇ ਚੱਲਣ। ਮਹਾਰਾਜ ਕਹਿੰਦੇ ਨੇ ਇੰਨੇ ਸੁੱਖ ਹੋਣ ਪਰਬਤ ਸੋਨਾ ਰੂਪਾ ਬਣ ਜਾਏ, ਪਰ ਇੰਨੇ ਸੁੱਖ ਮੇਰੇ ਕੋਲ ਹੋਣ ਤੇ ਵਾਹਿਗੁਰੂ ਮੈਂ ਤੇਰੀ ਸਿਫਤ ਕਰਨੀ ਫਿਰ ਵੀ ਨਾ ਭੁੱਲਾਂ, ਮੈਨੂੰ ਫਿਰ ਵੀ ਤੇਰੀ ਯਾਦ ਨਾ ਭੁੱਲੇ। ਇਹ ਹੈ ਅੱਤ ਦੇ ਸੁੱਖ। ਹੁਣ ਦੂਸਰਾ ਸ਼ਲੋਕ ਨਾਲ ਹੀ ਮਹਾਰਾਜ ਨੇ ਕਹਿ ਦਿੱਤਾ ਦੁੱਖਾਂ ਬਾਰੇ। ਮਹਾਰਾਜ ਕਹਿੰਦੇ ਜੇ ਦੇਹ ਹੈ ਦੁੱਖ ਲਾਈਏ ਪਾਪ ਗਰਾਤ ਹੋਏਗਾ। ਜੇ ਦੇਹ ਮਤਲਬ ਹੋ ਗਿਆ ਸਰੀਰ, ਮੇਰੀ ਸਰੀਰ ਨੂੰ ਇੰਨੇ ਦੁੱਖ ਲੱਗ ਜਾਣ, ਇੰਨੇ ਦੁੱਖ ਚਿੰਬੜ ਜਾਣ, ਪਾਪ ਗ੍ਰਾਹ ਦੋਹਰਾ। ਇੱਥੇ ਪਾਪ ਗ੍ਰਾਹ ਦਾ ਅਰਥ ਕੀਤਾ ਰਾਹੂ ਤੇ ਕੇਤੂ। ਅਸੀਂ ਮੰਨਦੇ ਨਹੀਂ ਰਾਹੂ ਕੇਤੂ ਨੂੰ, ਨਾ ਸਿੱਖ ਨੂੰ ਮੰਨਣਾ, ਪਰ ਇੱਕ ਮਹਾਰਾਜ ਸਿਰਫ ਗੱਲ ਦੱਸ ਰਹੇ ਸਮਝਾਉਣ ਵਾਸਤੇ। ਜਿਵੇਂ ਕੋਈ ਬੰਦਾ ਕਹੇ ਮੇਰੇ ਤੇ ਪਤਾ ਨਹੀਂ ਕਿਹੜੀ ਚੀਜ਼ ਭਾਰੂ ਪੈ ਗਈ ਹੈ, ਵੀ ਮੇਰੇ ਤੇ ਇੰਨੇ ਦੁੱਖ ਕਿਉਂ ਆ ਗਏ। ਮਹਾਰਾਜ ਕਹਿੰਦੇ ਮੰਨ ਲਓ ਉਸ ਬੰਦੇ ਦੇ ਦੇਹੀ ਨੂੰ ਰੋਗ ਲੱਗ ਜਾਣ, ਸਾਰੇ ਬੰਦੇ ਇਹ ਕਹਿ ਲਓ, ਉਹ ਬੰਦਾ ਇਹ ਕਹੇ ਮੇਰੇ ਵਾਸਤੇ ਹੁਣ ਸਮਾਂ ਮਾੜਾ ਆ ਗਿਆ, ਸਾਰੇ ਸਮੇਂ ਉਹਦੇ ਉਲਟ ਹੋ ਜਾਣ, ਇੰਨੇ ਦੁੱਖ ਬੰਦੇ ਨੂੰ ਜੇ ਚਿੰਬੜ ਜਾਣ। ਜੇ ਦੇਹ ਹੈ ਦੁੱਖ ਲਾਈਏ ਪਾਪ ਗ੍ਰਾਹ ਦੋਹਰਾ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ। ਇਹ ਜਿੰਨੇ ਰਾਜੇ ਮਹਾਰਾਜ ਨੇ ਇਹ ਕਹਿ ਲਓ ਸਾਰੇ ਉਹਦੇ ਉਲਟ ਹੋ ਜਾਣ, ਇਹਨਾਂ ਦੁੱਖਾਂ 'ਚ ਬੰਦਾ ਚਲਿਆ ਜਾਏ। ਤੇ ਪਰ ਮਹਾਰਾਜ ਕੀ ਕਹਿ ਰਹੇ ਨੇ, ਜੇ ਦੇਹ ਹੈ ਦੁੱਖ ਲਾਈਏ ਪਾਪ ਗ੍ਰਾਹ ਦੋਹਰਾ, ਰਤ ਪੀਣੇ ਰਾਜੇ ਸਿਰ ਉੱਪਰ ਰੱਖੀ, ਏਵੇਂ ਜਾਪੈ ਭਾਵੋ ਵੀ ਤੂੰ ਹੈ ਸਾਲਾਨਾ ਆਖਣ ਲਹੇ ਨਾ ਚਾਓ। ਮਹਾਰਾਜ ਕਹਿੰਦੇ ਇੰਨਿਆਂ ਦੁੱਖਾਂ ਵਿੱਚ ਵੀ ਮੈਂ ਤੈਨੂੰ ਸਲਾਹੀ ਜਾਵਾਂ, ਇੰਨਿਆਂ ਦੁੱਖਾਂ 'ਚ ਮੈਂ ਤੇਰੀ ਸਿਫਤ ਕਰੀ ਜਾਵਾਂ। ਇਹਦਾ ਮਤਲਬ ਹੋ ਗਿਆ ਸ਼ਲੋਕ ਦਾ ਕਿ ਸੁੱਖ ਤੇ ਦੁੱਖ ਇਹਨੂੰ ਬਰਾਬਰ ਕਰਕੇ ਬੰਦਾ ਜਾਣ ਲੈ। ਬਾਹਰੀ ਗੱਲ ਕਰ ਰਿਹਾ ਮੈਂ ਵੀ ਬੰਦੇ ਕੋਲ ਜੇ 4 ਪੈਸੇ ਆ ਗਏ ਤੇ ਇਹ ਨਾ ਕਵੇ ਵੀ ਹੁਣ ਰੱਬ ਹੀ ਭੁੱਲ ਜਾਏ, ਤੇ ਜੇ ਥੋੜਾ ਜਿਹਾ ਦੁੱਖ ਆ ਗਿਆ ਤੇ ਰੱਬ ਨੂੰ ਉਲਾਮਾ ਨਾ ਦੇਵੇ। ਵੈਸੇ ਬਾਣੀ ਇਹ ਕਹਿੰਦੀ ਹੈ, ਮਹਾਰਾਜ ਕਹਿੰਦੇ ਨੇ ਕਿ ਹੁੰਦਾ ਅਸਲ ਵਿੱਚ ਇਹ ਦਾਤ ਪਿਆਰੀ ਵਿਸਰਿਆ ਦਾਤਾਰਾ। ਜਦੋਂ ਦੁੱਖ ਹੁੰਦਾ ਤੇ ਬਾਣੀ 'ਚ ਮਹਾਰਾਜ ਕਹਿੰਦੇ ਦੁੱਖ ਲੱਗ ਗਿਆ ਤਾਂ ਰਾਮ ਪੁਕਾਰਾ ਹੈ। ਕਹਿੰਦੇ ਦੁੱਖ ਲੱਗ ਜਾਏ ਤੇ ਬੰਦਾ ਫਿਰ ਕਹਿੰਦਾ ਰੱਬਾ ਬੌੜੀ ਕਰ ਬੌੜੀ ਕਰ। ਜਦੋਂ ਬੌੜੀ ਕਰਦਾ ਤਾਂ ਫਿਰ ਉਹਨੂੰ ਭੁੱਲ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਭੁੱਲਣਾ ਨਹੀਂ। ਸੁੱਖ ਤੇਰੇ ਕੋਲੇ ਜਿੰਨੇ ਮਰਜ਼ੀ ਸਹੂਲਤਾਂ ਹੋਣ, ਦੁੱਖ ਜਿੰਨੇ ਮਰਜ਼ੀ ਆ ਜਾਣ, ਇਹਨੂੰ ਵੈਸੇ ਬਾਣੀ ਕਹਿੰਦੀ ਹੈ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਅੱਗੇ ਅਸੀਂ ਕਈ ਵਾਰ ਇੱਥੇ ਵਿਚਾਰ ਕੀਤੀ ਹੈ, ਇਹ ਸਰੀਰ ਦੇ ਇੱਕ ਕੱਪੜੇ ਦੀ ਤਰ੍ਹਾਂ ਨੇ, ਨਾ ਹਮੇਸ਼ਾ ਸੁੱਖ ਰਹਿੰਦਾ, ਨਾ ਹਮੇਸ਼ਾ ਸਦਾ ਦੁੱਖ ਰਹਿੰਦਾ ਹੈ। ਇਹ ਚੱਲਦਾ ਰਹਿੰਦਾ ਸੰਸਾਰ ਦੇ ਅੰਦਰ। ਪਰ ਮਹਾਰਾਜ ਕਹਿ ਰਹੇ ਨੇ ਇੱਥੇ ਗੁਰੂ ਨਾਨਕ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੁੱਖ ਦੁੱਖ ਜੇ ਪਰਸੈ ਨਾਹੀਂ ਲੋਭ ਮੋਹ ਅਭਿਮਾਨ। ਮਹਾਰਾਜ ਕਹਿੰਦੇ ਲੋਭ ਦਾ ਕੋਈ ਅਸਰ ਨਹੀਂ, ਮੋਹ ਦਾ ਅਸਰ ਕੋਈ ਨਹੀਂ, ਅਭਿਮਾਨ ਦਾ ਮਤਲਬ ਉਹਦਾ ਅਹੰਕਾਰ। ਮਹਾਰਾਜ ਕਹਿੰਦੇ ਇਸ ਦਾ ਵੀ ਉਹਦੇ ਤੇ ਕੋਈ ਅਸਰ ਨਹੀਂ। ਇਹ 5 ਚੀਜ਼ਾਂ ਜਿਹਦੇ ਤੇ ਅਸਰ ਨਹੀਂ ਕਰਦੀਆਂ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ, ਭਗਵਾਨ ਰੱਬ ਦੀ ਮੂਰਤ ਬਣ ਗਿਆ। ਆਓ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਉਹਨਾਂ ਦੇ ਸ਼ਲੋਕਾਂ ਵਿੱਚ ਕਿ ਰੱਬ ਦੀ ਮੂਰਤ ਕੌਣ ਬਣ ਸਕਦਾ ਹੈ ਤੇ ਰੱਬ ਦੀ ਮੂਰਤ ਬਣਨ ਲਈ ਕੀ ਕੀ ਕਰਨਾ ਪੈਂਦਾ ਹੈ। ਇੱਕੇ ਸ਼ਲੋਕ 'ਚ ਕਮਾਲ ਕਰਦੀ ਕਬੀਰ ਸਾਹਿਬ ਨੇ। ਉਹ ਕਹਿੰਦੇ ਨੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ। ਇਹ ਹੈ ਮੂਰਤ ਭਗਵਾਨ ਕਿਵੇਂ ਬਣਨਾ ਹੈ। ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮੇਰੇ ਭਗਵਾਨ ਰੋੜਾ ਬਣ ਜਾ। ਹੁਣ ਰੋੜਾ ਬਣਨ ਦਾ ਕੀ ਮਤਲਬ ਹੋ ਗਿਆ? ਕਬੀਰ ਸਾਹਿਬ ਜੀ ਕਹਿੰਦੇ ਇਹ ਸਮਝ ਜਿਵੇਂ ਕਰੋੜੇ ਨੂੰ ਕੋਈ ਠੁੱਡਾ ਮਾਰ ਜਾਏ, ਕੀ ਅਸਰ ਉਹਦੇ ਤੇ? ਉਹਨੂੰ ਚੁੱਕ ਕੇ ਕੋਈ ਖੂਜ ਸੁੱਟਦਾ ਏ, ਉਹਨੂੰ ਚੁੱਕ ਕੇ ਕੋਈ ਸਿਰ ਤੇ ਰੱਖ ਲੈ। ਰੋੜੇ ਨੇ ਕਾਹਦਾ ਹੰਕਾਰ ਕਰਨਾ? ਰੋੜੇ ਦੀ ਤਰ੍ਹਾਂ ਤੂੰ ਬਣ ਜਾ। ਆਪਣੇ ਆਪ ਨੂੰ, ਹੰਕਾਰ ਨੂੰ, ਹਉਮੈ ਨੂੰ ਛੱਡ ਆਪਣੇ ਅੰਦਰੋਂ। ਕਬੀਰ ਰੋੜਾ ਹੋਏ ਰੋ ਬਾਟਕਾ, ਬਾਟ में ਹੁੰਦਾ ਰਸਤਾ, ਰਸਤੇ ਦਾ ਰੋੜਾ ਬਣਿਆ ਰਿਹਾ। ਇੱਧਰੋਂ ਆ ਗਿਆ ਕੋਈ ਠੇਡਾ ਮਾਰ ਗਿਆ, ਇੱਧਰੋਂ ਆ ਗਿਆ ਕੋਈ ਠੇਡਾ ਮਾਰ ਗਿਆ। ਇਹਨਾਂ ਠੇਡੇ ਦੀ ਤੂੰ ਪਰਵਾਹ ਨਾ ਕਰੀ। ਜ਼ਿੰਦਗੀ 'ਚ ਬਹੁਤ ਠੇਡੇ ਵੱਜਦੇ ਆ ਤੇ ਬਹੁਤ ਵੱਜਣੇ ਆ ਤੇ ਬਹੁਤ ਮਾਰਨੇ ਹੋਏ ਆ, ਇਹਨਾਂ ਦੀ ਪਰਵਾਹ ਕਦੀ ਨਹੀਂ ਕਰਨੀ। ਕਬੀਰ ਸਾਹਿਬ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਪਰ ਕਹਿੰਦੇ ਮੰਜ਼ਿਲ ਨਹੀਂ ਹੈ ਜੀ। ਕਬੀਰ ਰੋੜਾ ਹੁਆ तो क्या ਪਿਆ ਪੰਥੀ ਕੋ ਦੁੱਖ ਦੇ। ਵੀ ਰੋੜਾ ਬਣ ਕੇ ਵੀ ਤੂੰ ਪੰਥੀ ਬਣੇ ਦਾ ਰਸਤੇ ਤੇ ਚੱਲਣ ਵਾਲਾ, ਦੁੱਖ ਤਾਂ ਉਹਨੂੰ ਵੀ ਦੇਣਾ। ਮੰਨ ਲਓ ਜਿਹਦੇ ਪੈਰਾਂ 'ਚ ਜੋੜਾ ਨਹੀਂ, ਉਸ ਦੇ ਪੈਰਾਂ ਨੂੰ ਜਦੋਂ ਇਹ ਰੋੜਾ ਵੱਜੇਗਾ ਦੁੱਖ ਤੇ ਆਏਗਾ ਹੀ ਨਾ। ਕਬੀਰ ਸਾਹਿਬ ਕਹਿੰਦੇ ਦਾ ਮਤਲਬ ਹੋ ਗਿਆ ਕਿ ਤੂੰ ਰੋੜਾ ਹਉਮੈ ਛੱਡੀ ਹੈ ਪਰ ਪੂਰੀ ਨਹੀਂ, ਅਜੇ ਵੀ ਤੂੰ ਕੋਈ ਨਾ ਕੋਈ ਕਾਰਨ ਬਣਦਾ ਦੂਜੇ ਦੇ ਦੁੱਖਾਂ ਦਾ। ਇਹ ਕਹਿੰਦੇ ਰੋੜਾ ਬਣਨਾ, ਇਹ ਹਉਮੈ ਅਜੇ ਪੂਰੀ ਨਹੀਂ। ਉਹਨੇ ਪਹੁੰਚਣਾ ਇੱਥੇ ਆ ਵੀ ਮੂਰਤ ਭਗਵਾਨ ਕਿਵੇਂ ਬਣਨਾ। कबीर रुड़ा हुआ तो क्या पया पंथी को दुख दे, ऐसा तेरा दास है जो धरनी में खे। धरनी में खे का मतलब हो गया मिट्टी। रोड़े तो अपने आप को होर ढाल के मिट्टी बनाता, धूड़ बन गया जेड़ा। हुण धूड़ की मान करे, धूड़ की अहंकार करे, धूड़ दे उत्तों दी किन्ना कुछ लंघ जाता है। पर कबीर साहब कहते धूड़ बन के भी अजे गल पूरी नहीं बननी। कबीर खे हुई तो क्या पया जौड़ लागे
अंग दुखों का कारण तो खेल ही बनती है ना। माड़ी जी हवा चल गई तो किसी के अखां च पै जाएगी, हवा चल गई तो धूड़ बन के किसी के कपड़िਆਂ ते पै जाएगा। असल च ये सारी गल मनुख के अंदर की हो रही, बाहर ही केवल उदाहरण ने। मन लो इथे इथे धूड़ का अर्थ की हो गया, असी किसी तो मतलब लेना है ते मतलब लेना, माड़ी जी फूक छकाओ तो बंदा फूक ते अजकल छकदा बैठा। फूक ये हवा का की मतलब होया, धूड़ बन के की हो गया, धूड़ बन गया। माड़ी जी हवा मिली, हवा का मतलब माड़ी जी फूक छकाई, वाह वाह बल्ले बल्ले फुलिया नहीं समाਉਂਦਾ। ते उसे बंदे नूं मुड़ के मान लो फूक छकाउण तो बाद तुसीं कह दिओ कुछ होर, तो फिर वेखो ओहदी फूक निकलदी किवें है। मैं नहीं कह रहा, कबीर साहब कहते हैं पहला ਉਹ ਜੇ ਧੂੜ ਬਣ ਕੇ ਵੀ ਤੂੰ ਧੂੜ ਬਣਿਆ ਨਹੀਂ, ਕਿਉਂਕਿ ਮਾੜੀ ਜੀ ਕਿਸੇ ਨੇ ਬੱਲੇ ਬੱਲੇ ਕੀਤੀ, ਵਾਹ ਵਾਹ ਕੀਤੀ, ਫਿਰ ਫੁੱਲਿਆ ਨਹੀਂ ਸਮਾਉਂਦਾ। ਤੇ ਮਾੜਾ ਜਿਹਾ ਕਿਸੇ ਨੇ ਕੁਝ ਕਹਿਤਾ ਤੇ ਫਿਰ ਕਹਿੰਦਾ ਕਿ ਮੈਨੂੰ ਉਹਨੇ ਇਦਾਂ ਕਹਿਤਾ। ਕਬੀਰ ਸਾਹਿਬ ਕਹਿੰਦੇ ਖੇ ਬਣ ਕੇ ਵੀ ਜੇ ਮੂਰਤ ਭਗਵਾਨ ਨਹੀਂ ਬਣਿਆ ਜਾਣਾ। ਕਬੀਰ ਖੇ ਹੋਈ ਤੂੰ ਕਿਹਾ ਪਿਆ, ਜੋੜ ਲਾਗੇ ਲਾਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਕਹਿੰਦੇ ਪਾਣੀ ਦੀ ਤਰ੍ਹਾਂ ਬਣ ਜਾ, ਪਾਣੀ ਨਿਰਮਲ ਬਣਿਆ ਜਾਂਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਪਾਣੀ ਬਣ ਕੇ ਵੀ ਗੱਲ ਨਹੀਂ ਬਣੀ, मूर्त भगवान किवें बनना है। कहते पानी बन के भी गल नहीं बननी। कबीर पानी वागो क्या पिया सीरा तत्ता होए, कहते तेरे अग बालती तत्ता हो गया, बर्फ च रख दो ठंडे सा ठंडा हो जाता है। कबीर साहब कहते ठंडा तत्ता होता है, सुभाव ने साडे। कबीर साहब कहते कदी असीं तत्ते हुंदे कदी ठंडे हुंदे, वैसे बाणी च वचन भी आउंदे ने, फिर के हेठ सब जंत इकट्ठे, एक तत्ते एक बोलण मिठे। तां अपना अपना सुभाव कबीर साहब कहते ने जे होया तू गर्म होना सर्द होना, इसका मतलब कभी गुस्से जाना है, कभी निर्मल हो जाता है, अजे भी मूर्त भगवान नहीं बनया जाना। कबीर पानी वाको क्या पया सीरा ताता होए, फिर केवे मूर्त भगवान बनिए। हर जन ऐसा चाहिए जैसा हर ही होए, ये है मूर्त भगवान। हर जन ऐसा चाहिए जैसा हर ही होए। इत्थे गुरु तेग बहादुर महाराज जी कहते हैं, कहो नानक सुन रे मना सो मूर्त भगवान। ते कबीर साहब कहते हर जन ऐसा चाहिए जैसा हर ही होए। जिन्हों बाणी च महाराज ने कहा है कि हर का सेवक सो हर जेहा, भेद न जानो मानस देहा, से कनेहा। महाराज की बाणी च आउंदा है वो किहो जे ने। महाराज कहते हैं भेद न जानो मूल साईं जेहा, जिन्हों ने विसरे नाम से करेहा, वो किहो जे हुंदे ने। महाराज कहते भेद न जानो मूल साईं जेहा, वो साईं वर्गे बन जाते हैं, रब वर्गे बन जाते हैं। गुरु तेग बहादुर महाराज जी कह रहे हैं 5 चीज़ां जिन्हें ते प्रभावित नहीं करदियां, जिन्हों वो रब दी मूर्त बन गया। यह 13वां नंबर श्लोक है कि सुख दुख जे परसै नहीं। महाराज कहते हैं लोभ मोह अभिमान, कहो नानक सुन रे मना सो मूर्त भगवान। अगे महाराज कहते उस्तत निंदिया नाहे जेहे, कंचन लोह समान। ਇਹਦੇ ਚ ਵੀ ਮਹਾਰਾਜ ਨੇ ਕਿਹਾ ਕਿ ਦੇਖੋ ਇਹਦੇ ਚ 4 ਚੀਜ਼ਾਂ ਦਾ ਜ਼ਿਕਰ ਆਇਆ। ਪਹਿਲੇ ਚ 5 ਦਾ ਸੀ, ਇਹਦੇ ਚ 4 ਦਾ। ਉਸਤਤ ਨਿੰਦਾ ਕੰਚਨ ਤੇ ਲੋਹਾ। ਮਹਾਰਾਜ ਕਹਿੰਦੇ ਨੇ ਜਿਹੜਾ ਇਹਨਾਂ 4 ਚੀਜ਼ਾਂ ਨੂੰ ਸਮਝ ਗਿਆ ਨਾ, ਉਹ ਜੀਵ ਜਿਉਂਦੇ ਜੀਵ ਮੁਕਤ ਹੋ ਗਿਆ। ਉਸਤਤ ਨਿੰਦਿਆ ਨਾਹੇ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹੁਣ ਸਾਧ ਸੰਗਤ ਜੀ ਉਸਤਤ ਤੇ ਨਿੰਦਿਆ ਇਹਦੇ ਤੇ ਆਪਾਂ ਕਈ ਵਾਰ ਅੱਗੇ ਵੈਸੇ ਖੁਲਾਸਾ ਕੀਤਾ ਵੀ ਹੈ, ਪਰ ਪ੍ਰਕਰਨ ਆ ਗਿਆ ਕਰਕੇ ਥੋੜੀ ਜਿਹੀ ਗੱਲ ਕਰਨੀ ਪੈ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨਿਰਮਲ ਉਸਤਤ ਦਾ ਜ਼ਿਕਰ ਵੀ ਹੈ। ਤੁਸੀਂ ਹੈਰਾਨ ਹੋਵੋਗੇ ਵੀ ਉਸਤਤ ਵੀ ਨਿਰਮਲ ਤੇ ਮੈਲੀ ਵੀ ਹੁੰਦੀ ਹੈ। ਹਾਂ, ਜਿਹੜੀ ਨਿਰਮਲ ਉਸਤਤ ਹੈ ਉਹ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ। ਉਹ ਕਿਹੜੀ ਹੈ? ਉਸਤਤ ਮਨ ਮੈਂ ਕਰਮ ਨਿਰੰਕਾਰ ਵੀ ਤਾਂ ਸਿਫਤ ਹੀ ਹੈ ਨਾ ਉਸਤਤ। ਮਹਾਰਾਜ ਤੇ ਕਹਿੰਦੇ ਉਸਤਤ ਨਿੰਦਿਆ ਨਾ ਹੈ ਜੇ। मैं कई बार अगे जिक्र किया बाणी नूं जदों समझांगे ना गुरमुखो, हर बाणी का हरेक थां ते जिहड़ा शब्द आवे उहदे अर्थ ओही नहीं हुंदे, पर कर्म मुताबक बदल जाते हैं। इत्थे महाराज कहते उस्तत ते निंदिया जिहड़ा नहीं करता वो मुक्त है। पर बाणी च गुरु अर्जन साहब कहते उस्तत मन में कर्म निरंकार, कर्मन मेरे सतविर प्रभ की उस्तत करो, संत मीत सावधान एकाग्र चीत। महाराज जी कह रहे हैं प्रभु की उस्तत करो। ते बाणी च महाराज ने कहा उहदी उस्तत तो बिना उहदे नाल सांझ भी नहीं पैंदी। सिफती गंढ पवै दरबार, जे रब नाल सांझ बनाउणी उहदी सिफत करनी पैगी, उहदी वडियाई करनी पैगी, उहदी उस्तत करनी पैगी। इत्थे किहड़ी उस्तत दा जिक्र कर रहे ने महाराज? जिवें पहला सुख दा जिक्र कीता, सुख दा मतलब उत्थे आत्मक नहीं। इत्थे जिहड़ी उस्तत ते निंदिया दा जिक्र महाराज कर रहे ने, ਉਹਨੂੰ ਕਹਿੰਦੇ ਨੇ ਫੋਕੀ ਖੁਸ਼ਾਮਦ ਕਰਨੀ।
ਤੇ ਨਿੰਦਿਆ ਦਾ ਮਤਲਬ ਹੋ ਗਿਆ ਬੰਦੇ ਦੇ ਗੁਣਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਈਰਖਾ ਦੇ ਵਸ ਉਹਦੇ ਬਾਰੇ ਕੁਝ ਬੋਲੀ ਜਾਣਾ, ਇਹਨੂੰ ਨਿੰਦਿਆ ਕਹਿੰਦੇ ਨੇ। ਵੈਸੇ ਮਸਕੀਨ ਸਾਹਿਬ ਨੇ ਇਹਦੇ ਜਿਹੜੇ ਅਰਥ ਕੀਤੇ ਨੇ ਜਾਂ ਤੁਸੀਂ ਸੁਣੇ ਨੇ ਉਹਨਾਂ ਨੇ ਦੋ ਗੱਲਾਂ ਵਾਲੀ ਬੰਦੇ ਨੂੰ ਸਮਝਾਤਾ ਵੀ ਉਸ ਤੋਂ ਨਿੰਦਿਆ ਕੀ ਹੁੰਦੀ ਹੈ। ਉਹ ਕਹਿੰਦੇ ਨੇ ਜੇ ਕੰਡਾ ਹੋਵੇ ਸਾਹਮਣੇ ਸਾਡੇ, ਇਹ ਮਸਕੀਨ ਸਾਹਿਬ ਦੇ ਬੋਲ ਨੇ, ਮੈਂ ਤਾਂ ਉਹਨਾਂ ਦਾ ਨਾਮ ਲੈ ਰਿਹਾ। ਉਹ ਕਹਿੰਦੇ ਜੇ ਕੰਡਾ ਸਾਹਮਣੇ ਹੋਵੇ ਤੇ ਉਸ ਕੰਡੇ ਨੂੰ ਬੰਦਾ ਫੁੱਲ ਬਣਾ ਕੇ ਪੇਸ਼ ਕਰੇ, ਇਹਦਾ ਮਤਲਬ ਹੈ ਕੰਡੇ ਦੀ ਖੁਸ਼ਾਮਦ ਕਰਨਾ। ਸਾਹਮਣੇ ਫੁੱਲ ਖਿੜਿਆ ਹੋਵੇ ਤੇ ਬੰਦਾ ਉਹਨੂੰ ਕੰਡਾ ਬਣਾ ਕੇ ਪੇਸ਼ ਕਰੇ, ਇਹਦਾ ਮਤਲਬ ਹੈ ਫੁੱਲ ਦੀ ਨਿੰਦਿਆ ਕਰਨੀ। ਦਿਨ ਹੋਵੇ ਤੇ ਬੰਦਾ ਦਿਨ ਦੇ ਟਾਈਮ ਤੇ ਹਨੇਰਾ ਕਹੀ ਜਾਵੇ, ਇਹ ਅਸਲ ਵਿੱਚ ਉਹਦੀ ਨਿੰਦਿਆ ਹੈ, ਤੇ ਹਨੇਰੇ ਨੂੰ ਪ੍ਰਕਾਸ਼ ਕਹੀ ਜਾਵੇ ਕਿ ਉਹਦੀ ਫੋਕੀ ਖੁਸ਼ਾਮਦ ਹੈ। ਇਹ ਹੈ ਉਸਤਤ ਤੇ ਨਿੰਦਿਆ। ਕਿਉਂਕਿ ਬਾਣੀ ਜਦੋਂ ਅਸੀਂ ਦੇਖਾਂਗੇ ਨਾ, ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਤੁਸੀਂ ਸ਼ਬਦ ਵੀ ਸਰਵਣ ਕੀਤੇ ਸਨ ਕਬੀਰ ਸਾਹਿਬ ਦੇ। ਭਗਤ ਕਬੀਰ ਸਾਹਿਬ ਜੀ ਵੇਖੋ ਦੋ ਸ਼ਬਦ ਮੈਂ ਉਹਨਾਂ ਦੇ ਕਹਿਣੇ ਨੇ। ਉਹ ਕਹਿੰਦੇ ਨੇ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਪਾਗੋਏ ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ। ਹੁਣ ਕਬੀਰ ਸਾਹਿਬ ਕਹਿੰਦੇ ਨੇ ਬਨਾਰਸ ਵਿੱਚ ਰਹਿ ਰਹੇ ਨੇ, ਰੱਬ ਦੇ ਸੰਤ ਨਹੀਂ ਹੈ, ਗਲਾਂ 'ਚ ਮਾਲਾ ਤੇ ਪਾਈ ਫਿਰਦੇ ਨੇ, ਇਹਨਾਂ ਨੇ ਲਿਸ਼ਕਦੇ ਹੋਏ ਲੋਟੇ ਤੇ ਫੜੇ ਹੋਏ ਨੇ, ਆਪਣੇ ਹੱਥਾਂ ਵਿੱਚ ਇੱਕ ਮੰਡਲ ਤੇ ਫੜੇ ਨੇ, ਪਰ ਹੈ ਸਾਰੇ ਠੱਗ। ਉਹੀ ਕਬੀਰ ਸਾਹਿਬ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ ਜੋ ਦਾਤਾ ਮੁਕਤ ਕੋ ਸੰਤ ਚ ਪਾਵੇ ਨਾਮ। ਹੁਣ ਕਬੀਰ ਸਾਹਿਬ ਕਹਿੰਦੇ ਇੱਕ ਬੰਨੇ ਕਹਿੰਦੇ ਸੰਤ ਰੱਬ ਦਾ ਰੂਪ ਹੁੰਦਾ ਹੈ, ਦੂਜੇ ਬੰਨੇ ਬਨਾਰਸ ਚ ਰਹਿਣ ਵਾਲਿਆਂ ਨੂੰ ਕਹਿੰਦਾ ਸਾਰੇ ਠੱਗ ਬੈਠੇ ਨੇ। ਇਹਦਾ ਮਤਲਬ ਕੀ ਹੋ ਗਿਆ? ਕਬੀਰ ਸਾਹਿਬ ਕਹਿਣਾ ਅਸਲ ਚ ਇਹ ਚਾਹੁੰਦੇ ਹੈ, ਜੋ ਉੱਥੇ ਕੁਝ ਦੇਖਿਆ ਕਬੀਰ ਸਾਹਿਬ ਨੇ ਵੀ ਇਹ ਮੈਨੂੰ ਕਹਿੰਦੇ ਆ ਸ਼ੂਦਰ ਹੈ, ਮੈਨੂੰ ਨੀਚ ਕਹਿੰਦੇ ਆ, ਮੈਨੂੰ ਜਲਾਇਆ ਕਹਿੰਦੇ ਆ, ਮੈਨੂੰ ਕਹਿੰਦੇ ਤੂੰ ਰੱਬ ਦੀ ਬੰਦਗੀ ਨਹੀਂ ਕਰ ਸਕਦਾ, ਇਹਨਾਂ ਚ ਰੱਬ ਕਿੱਥੇ ਵਸਦਾ? ਜਿਹੜੇ ਵਿਤਕਰਾ ਪਾਈ ਬੈਠੇ ਨੇ ਸਾਰਿਆਂ ਚ, ਇਹਨਾਂ ਚ ਰੱਬ ਕਿੱਥੇ ਵਸਦਾ? ਇਹ ਕਰਮਕਾਂਡੀ ਲੋਕ ਜਿਹੜੇ ਭਰਮਾਂ ਚ ਪਾ ਕੇ ਲੋਕਾਂ ਨੂੰ ਲੁੱਟ ਰਹੇ ਨੇ, ਇਹ ਅਸਲ ਵਿੱਚ ਠੱਗ ਨੇ। ਪਰ ਜਿੱਥੇ ਕਬੀਰ ਸਾਹਿਬ ਨੂੰ ਮਿਲ ਗਏ, ਰਾਮਾਨੰਦ ਜੀ ਵਰਗੇ, ਨਾਮਦੇਵ ਜੀ ਵਰਗੇ, ਰਵਿਦਾਸ ਜੀ ਵਰਗੇ, ਇਹਨਾਂ ਭਗਤਾਂ ਦੇ, ਧੰਨਾ ਜੀ ਵਰਗੇ, ਜਦੋਂ ਰੱਬ ਦੇ ਇਹ ਵੀ ਦੇਖੇ ਤੇ ਕਿਹਾ ਨਹੀਂ ਉਹ ਤੇ ਰੱਬ ਦੇ ਰੂਪ ਹੁੰਦੇ ਆ, ਉਹ ਤੇ ਭਗਵਾਨ ਦਾ ਰੂਪ ਹੁੰਦੇ ਆ, ਉਹ ਤੇ ਪਰਮੇਸ਼ਰ ਦਾ ਰੂਪ ਹੁੰਦੇ ਆ। ਤਾਂ ਕਰਕੇ ਮੈਂ ਜ਼ਿਕਰ ਕਰ ਰਿਹਾ ਇੱਥੇ ਜੋ ਸਤਿਗੁਰੂ ਕਹਿ ਰਹੇ ਨੇ ਕਿ ਫੋਕੀ ਖੁਸ਼ਾਮਦ ਤੇ ਨਿੰਦਿਆ, ਇੱਥੇ ਇਹ ਜ਼ਿਕਰ ਇਹਦਾ ਇਹ ਚੱਲਦਾ ਹੈ ਕਿਉਂਕਿ ਇਹ ਬੰਦਾ ਕਰਦਾ ਕਦੋਂ ਹੈ। ਚਲੋ ਇੱਕ ਉਦਾਹਰਨ ਦੇ ਦਿੰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਵੇਈ ਨਦੀ ਤੋਂ ਬਾਹਰ ਆਏ ਨੇ, ਬੜੀ ਸੌਖੀ ਸਮਝ ਲੱਗ ਜਾਏਗੀ। ਗੁਰੂ ਨਾਨਕ ਸਾਹਿਬ ਵੇਈ ਨਦੀ ਤੋਂ ਬਾਹਰ ਜਦੋਂ ਆਉਂਦੇ ਨੇ ਤੇ ਮਹਾਰਾਜ ਨੇ ਜਦੋਂ ਜਾ ਕੇ ਮੜੀਆਂ 'ਚ ਜਾ ਕੇ ਕਹਿਤਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਆਪਾਂ ਦੇਖਦੇ ਆ ਕਿ ਜਿਹੜਾ ਨਵਾਬ ਦੌਲਤ ਖਾਨ ਮਹਾਰਾਜ ਦਾ ਸ਼ਰਧਾਲੂ ਬਣ ਗਿਆ, ਮਹਾਰਾਜ ਨੇ ਮੋਦੀ ਦੀ ਕਾਰ ਵੀ ਕੀਤੀ ਹੈ। ਕਹਿੰਦੇ ਨੇ ਇੱਕ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸਤਿਗੁਰੂ ਮਹਾਰਾਜ ਜੀ ਬਾਹਰ ਬੈਠੇ ਸਨ ਤੇ ਜਿਹੜਾ ਦੌਲਤ ਖਾਨ ਸੀ ਉਹਨੇ ਆਪਣਾ ਇੱਕ ਆਦਮੀ ਭੇਜਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੈਣ ਵਾਸਤੇ ਗਿਆ। ਉਹ ਕਹਿੰਦਾ ਜੋ ਸਾਖੀਕਾਰ ਜਨਮ ਸਾਖੀ ਦੇ ਬੋਲ ਨੇ ਕਿ ਨਾਨਕ ਤੈਨੂੰ ਰਾਏ ਬੁਲਾਰ ਨੇ ਬੁਲਾਇਆ, ਤੈਨੂੰ ਸੱਦਿਆ, ਤੈਨੂੰ ਰਾਏ ਬੁਲਾਰ ਬੁਲਾਉਂਦਾ ਹੈ। ਤੇ ਸਾਖੀਕਾਰ ਕਹਿੰਦਾ ਜਨਮ ਸਾਖੀ ਦੇ ਬੋਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ, ਕਿਆ ਪਰਵਾਹ ਤੇਰੇ ਰਾਜੇ ਦੀ, ਮੈਨੂੰ ਕੀ ਪਰਵਾਹ ਤੇਰੇ ਰਾਜੇ ਦੀ। ਉਹਨੇ ਜਾ ਕੇ ਉੱਤੇ ਦੱਸਤਾ ਕਿਉਂਕਿ ਉਹਨੇ ਦੋ ਚਾਰ ਹੋਰ ਗੱਲਾਂ ਕੋਲੋਂ ਬਣਾ ਕੇ ਦੱਸੀਆਂ ਵੀ ਉਹ ਤਾਂ ਕਹਿੰਦਾ ਮੈਨੂੰ ਤੇਰੀ ਕੀ ਪਰਵਾਹ ਆ, ਮੈਂ ਨਹੀਂ ਤੇਰੀ ਪਰਵਾਹ ਕਰਦਾ। ਉਹਨੇ ਚਾਰ ਹੋਰ ਵੱਧ ਕੋਲੋਂ ਲਾ ਕੇ ਦੱਸੀਆਂ। ਰਾਏ ਬਲਾਲ ਉਸ਼ਾਨੀ ਸੀ, ਉਹ ਗੁਰੂ ਦਾ ਸ਼ਰਧਾਲੂ ਸੀ, ਉਹ ਗੁਰੂ ਨੂੰ ਪਿਆਰ ਕਰਨ ਵਾਲਾ ਸੀ। ਉਹ ਕਹਿੰਦਾ ਅਸਲ 'ਚ ਗਲਤੀ ਮੇਰੀ ਹੈ, ਦੂਸਰੀ ਗਲਤੀ ਸੱਦਣ ਵਾਲੇ ਦੀ ਹੈ। ਉਹਨੇ ਦੂਸਰਾ ਆਦਮੀ ਭੇਜਿਆ ਤੇ ਜਾ ਕੇ ਕਿਹਾ ਇਹ ਨਾ ਕਵੀ ਕਿ ਤੈਨੂੰ ਰਾਏ ਬਲਾਲ ਨੇ ਸੱਦਿਆ ਬੁਲਾਇਆ, ਨਹੀਂ, ਇਹ ਕਵੀ ਤੁਹਾਡਾ ਨਿਮਾਣਾ ਜਾਂ ਸੇਵਕ ਰਾਏ ਬਲਾਲ ਦੀਦਾਰ ਚਾਹੁੰਦਾ, ਖੁਦਾਏ ਦੇ ਲਈ ਦੀਦਾਰ ਬਖਸ਼ੋ, ਖੁਦਾਏ ਦੇ ਲਈ ਦੀਦਾਰ ਬਖਸ਼ੋ, ਇਹ ਕਵੀ। ਜਦੋਂ ਜਾ ਕੇ ਉਸ ਬੰਦੇ ਨੇ ਕਿਹਾ ਕਿ ਨਾਨਕ ਰਾਏ ਬਲਾਲ ਆਪ ਜੀ ਦਾ ਬੜਾ ਸ਼ਰਧਾਲੂ ਹੈ, ਸੇਵਕ ਹੈ, ਉਹ ਤੁਹਾਨੂੰ ਕਹਿੰਦਾ ਕਿ ਖੁਦਾਏ ਦੇ ਲਈ ਦੀਦਾਰ ਬਖਸ਼ੋ, ਖੁਦਾਏ ਦੇ ਲਈ ਗਿਆ। ਮਹਾਰਾਜ ਕਹਿੰਦੇ ਖੁਦਾ ਵਾਸਤੇ ਤਾਂ ਜਾਨ ਵੀ ਹਾਜ਼ਰ ਹੈ। ਮਹਾਰਾਜ ਆ ਜਾਂਦੇ ਨੇ, ਗੁਰੂ ਨਾਨਕ ਸਾਹਿਬ ਆਉਂਦੇ ਨੇ ਤੇ ਮਹਾਰਾਜ ਆਉਂਦੇ ਆ, ਗੁਰੂ ਨਾਨਕ ਦੇਵ ਮਹਾਰਾਜ ਨੇ ਰਾਏ ਬਲਾਲ ਬੈਠਾ ਸੀ, ਮਹਾਰਾਜ ਨੇ ਇਸ ਤਰ੍ਹਾਂ ਆਪਣਾ ਹੱਥ ਕੀਤਾ, ਇਹਨੂੰ ਦਸਤ ਪੰਜਾ ਕਹਿੰਦੇ ਆ। ਦਸਤ ਪੰਜਾ ਮਤਲਬ ਹੱਥ ਮਿਲਾਉਣਾ। ਦਸਤਗੀਰ ਜਿਹੜਾ ਸ਼ਬਦ ਹੈ ਨਾ, ਦਸਤਗੀਰ ਵੀ ਦਸਤ ਮੈਨੇ ਹੱਥ, ਗੀਰ ਮੈਨੇ ਪਕੜਨਾ। ਉਹ ਜਿਹੜੇ ਬੜੇ ਜਦੋਂ ਗੁਰੂ ਨਾਨਕ ਸਾਹਿਬ ਜਿਹਨਾਂ ਨੂੰ ਜਾ ਕੇ ਮਿਲੇ ਹੈ ਬਗਦਾਦ ਵਿੱਚ, ਦਸਤਗੀਰ ਪੀਰ ਆਪਾਂ ਕਹਿੰਦੇ, ਉਹ ਜਿਹੜੇ ਪੀਰ ਸਨ ਉਹ ਜਿਹਨੂੰ ਆਪਣਾ ਸ਼ਰਧਾਲੂ ਬਣਾਉਂਦੇ ਸੀ, ਇਸ ਤਰ੍ਹਾਂ ਉਹਦੀ ਹੱਥ ਫੜ ਕੇ ਕਹਿੰਦੇ ਸੀ ਅੱਜ ਤੋਂ ਬਾਅਦ ਮੈਂ ਤੇਰੀ ਬਾਂਹ ਨਹੀਂ ਛੱਡਾਂਗਾ। ਇੱਥੋਂ ਉਹਨਾਂ ਦੇ ਨਾਂ ਚੱਲੇ ਹੋਏ। ਦਸਤ ਪੰਜੇ ਦਾ ਮਤਲਬ ਹੁੰਦਾ ਇਸ ਤਰ੍ਹਾਂ ਕਰਕੇ ਹੱਥ ਮਿਲਾਉਣਾ। ਗੁਰੂ ਨਾਨਕ ਮਹਾਰਾਜ ਜੀ ਨੇ
नवाब दौलत खान जिहड़ा सी उहनूं महाराज ने इस तरह हथ अगों कीता ते हथ मिलाया, दोनों ने हथ मिलाए ते जिहड़े पासे बैठे सी ना उन्होंने आख्या बल्दी ते तेल पाइए थोड़ा जिहा होर। वो कहंदे नवाब दौलत खान नूं कहंदे जी देखो इहने तुहानूं आके सलाम नहीं कीती, इहने आके तुहानूं झुकिया नहीं, इहने आके जिस तरह करना चाहिए जिस तरह उस तरह नहीं कीता, इहदा मतलब तुहाडी बराबर आके इहने हथ मिलाया है। साहीकार कहंदे कमाल दे शब्द सन महाराज ने। महाराज कहंदे गल सुनो, झुकदे ਉਹ ਹੁੰਦੇ ਆ ਜਿਹੜੇ ਹਿਰਸੀ ਤੇ ਲੋਭੀ ਲੋਕ ਹੋਣ। ਉਸਤਤ ਨਿੰਦੇ ਦੀ ਮੈਂ ਗੱਲ ਕਰ ਰਿਹਾ। ਮਾਰ ਕਹਿੰਦੇ ਹਿਰਸੀ ਲੋਕ ਝੁਕਦੇ ਹੁੰਦੇ ਦੂਜਿਆਂ ਦੇ ਅੱਗੇ, ਜਿਨ੍ਹਾਂ ਨੇ ਖੁਸ਼ਾਮਦਾਂ ਕਰਨੀਆਂ ਨੇ ਉਹ ਝੁਕਦੇ ਹੁੰਦੇ ਆ। ਮਾਰ ਕਹਿੰਦੇ ਮੈਨੂੰ ਕੀ ਪਰਵਾਹ, ਮੈਂ ਖੁਸ਼ਾਮਦ ਕਰਦਾ ਆਪਣੇ ਮਾਲਕ ਖੁਦਾ ਦੀ, ਪਰਮੇਸ਼ਰ ਦੀ, ਮੈਂ ਉਹਦੇ ਅੱਗੇ ਝੁਕਦਾ ਹਾਂ, ਮੈਨੂੰ ਤੁਹਾਡੇ ਬਾਦਸ਼ਾਹ ਦੀ ਕੀ ਪਰਵਾਹ ਹੈ। ਨਵਾਬ ਦੌਲਤ ਖਾਨ ਨੇ ਚਰਨ ਪਕੜ ਲਏ ਗੁਰੂ ਨਾਨਕ ਮਹਾਰਾਜ ਦੇ, ਮਹਾਰਾਜ ਮੈਨੂੰ ਬਖਸ਼ ਦਿਓ, ਇਹਨਾਂ ਨੂੰ ਵੀ ਬਖਸ਼ ਦਿਓ। महाराज ने कहा याद रखो हिरसी ते लोभी लोग झुकते होंगे है। महाराज कहते हिरसी लोभी का मतलब क्या उस्तत निंदिया करने वाले। महाराज कहते जो मतलब लेना होंगे उदों बंदे वाह वाह करते हैं, जो मतलब निकल जाता फिर बंदे भंडना शुरू कर देंगे। महाराज कहते इन्हों तो उपर उठ दोनों जाए, दोनों चीजों को जो अज गुरु तेग बहादुर महाराज जी कह रहे हैं। महाराज कहते ਇਹਦਾ मतलब ये नहीं जो तेन मतलब हो झुक झुक के तू मिन्नतां करे, झुक झुक के वाह जी वाह, जो तेरा मतलब निकल जाए फिर वो गुणों भी तू ओगण बना बना के पेश करे, इनू कहते उस्तत ते निंदिया। इन्हें तो बहुत बोलिया जा सकता खैर, पर सौखी जे मैं शब्दां च कह रहा कि गुरमुख इन्हां तो उपर उठना सी ना। ते जिहड़े बंदे दे बारे सानूं चंगी तरह पता होवे ते ओदे जो सामने दिसदा पिया उहनूं बाणी च लुकाया भी नहीं, ते जिहदे बारे दे जानदे कुछ ना होईए ते एवें एक ईरखा वास हो के ओहदी असीं निंदिया करी जाइए। मारे कहते इन्नी भैड़ी जे मूंह काला करन दे बराबर है। मैं नहीं कुछ कह रहा, बाणी जो कह रहे महाराज कहते निंदा भली किसी की ना ही मन मुख मुग्ध करन, मुंह काले तिन निंदका नरके घोर पवन। मारे कहते बड़ी ये भैड़ी चीज जे। बाणी च क्या औखत सभ्य कीतियां निंदक का दारू ना है। मारे कहते सारिया दवाइयां बाकी दे इलाजां दियां बड़ियां पर निंदक दी दवाई कोई नहीं अजे तक बनी। पर जिन्ना रस इहदे विच है वाहिगुरू कृपा करे बचाए। बंदा 4 घंटे निंदिया ते कर सकदा पर 2 घंटे पाठ नहीं कर सकता। 2 घंटे तो मैं ज्यादा कह दिता, वैसे 10-15 अद्धा घंटा भी पाठ करना। दूजी गल बंदा एक गल होर जो कुदरती आ गई दिमाग च, बंदा हमेशा उस्तत अपनी चाहुंदा है ते निंदिया दूजे दी चाहुंदा। ये भी औगण बड़ा वड्डा है। दूजे दी निंदिया होंदी है बंदा मसाले लै ला के ना स्वाद लै लैके पुछदा भी अच्छा फिर की होया, फिर की होया, अच्छा फिर होर फिर ते जे अपनी गल होवे ते छड्ड परां यार। इज्जत अपनी चाहुंदा, निंदिया दूजे दी चाहुंदा। दूजे दी उस्तत सुन के दुखी हुंदा है, अपनी निंदिया सुन के सुखी हुंदा, निंदिया सुन के दुखी हुंदा। यह है अज का जिहड़ा 14 नंबर श्लोक च महाराज ने कहा उस्तत निंदिया नाहे जे कंचन लोहो समान। ਉਹ ਸੋਨੇ ਨੂੰ ਤੇ ਲੋਹੇ ਨੂੰ ਇੱਕ ਬਰਾਬਰ ਜਾਣ ਲਵੇ। ਇਹਨੂੰ ਸੋਨਾ ਤੇ ਲੋਹਾ ਇੱਕ ਬਰਾਬਰ ਕਿਵੇਂ ਹੋ ਸਕਦਾ ਵੀ? ਸੋਨੇ ਦਾ ਭਾਅ ਤੇ ਲੋਹੇ ਦਾ ਕਿਤੇ ਬਰਾਬਰ ਹੈ? ਗੱਲ ਸਿਰਫ ਉੱਥੇ ਹੀ ਹੈ ਜਿਹੜੀ ਮਹਾਰਾਜ ਸ਼ਲੋਕਾਂ 'ਚ ਸਮਝਾਉਣਾ ਚਾਹੁੰਦੇ ਆ ਉਹਦੀ ਬਿਰਤੀ ਇਦਾਂ ਦੀ ਬਣ ਜਾਏ। ਇੱਥੇ ਵੀ ਗੱਲ ਉਹੀ ਹੈ, ਸੁੱਖ ਤੇ ਦੁੱਖ ਕਹਿ ਲਓ। ਇੱਥੇ ਵੀ ਮਹਾਰਾਜ ਇੱਥੇ ਜ਼ਿਕਰ ਇਹ ਕਰਦੇ ਪਏ ਨੇ ਜੇ ਤੇਰੇ ਸਾਹਮਣੇ ਸੋਨਾ ਹੈ, ਸੋਨਾ ਮਤਲਬ ਹੋ ਗਿਆ ਪਦਾਰਥ, ਤਾਂ ਵੀ ਕੋਈ ਉਸ ਪਰਮਾਤਮਾ ਵਾਹਿਗੁਰੂ ਨੂੰ ਭੁਲਾਈ ਨਾ। ਤੇ ਲੋਹਾ ਹੋ ਗਿਆ ਦੁੱਖ ਨੂੰ ਲੈ ਲਓ, ਲੋਹੇ ਨੂੰ ਕਹ ਲਓ ਦੁੱਖ। ਜੇ ਲੋਹੇ ਰੂਪੀ ਦੁੱਖ ਆ ਗਿਆ ਤੇ ਫਿਰ ਵੀ ਉਹਦਾ ਪਰਮਾਤਮਾ ਨੂੰ ਭੁੱਲੀ ਨਾ। ਇਹਨੂੰ ਬਰਾਬਰ ਕਰਕੇ ਜਿਹੜਾ ਜਾਣ ਲਵੇ ਉਹ ਕੌਣ ਹੈ? ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। 15 ਨੰਬਰ ਸ਼ਲੋਕ ਜਿਹੜਾ ਕਿ ਅੱਜ ਆਪਾਂ 3 ਸ਼ਲੋਕਾਂ ਦੀ ਵਿਚਾਰ ਇਸ ਕਰਕੇ ਕਰਨੀ ਹੈ। ਤਿੰਨਾਂ ਦਾ ਪ੍ਰਕਰਨ ਇੱਕ ਚੱਲਦਾ ਪਿਆ ਤਾਂ ਮੈਂ 3 ਸ਼ਲੋਕ ਲੈ ਲਏ। ਤੀਸਰੇ ਵਿੱਚ ਮਹਾਰਾਜ ਕਹਿੰਦੇ ਹਰਖ ਸੋਗ ਜਾ ਕੇ ਨਹੀਂ बैरी मीत समान। हरक मैंने होंदा खुशी, सोग मैंने होंदा गम। हरक सोग मार के दोनों चीज़ां जिहदे ते व्यापदियां ने। हरक सोग ना है जे ते महाराज कहंदे ने बैरी मीत समान। वैरी ते मित्र नूं समान जान ले वो कौन है? कहो नानक सुन रे मना मुकत ताहे तै जान। हुण हरक सोग दा जदों तुसीं श्लोक तिन्ने वेखोगे ना, तिन्नों दा मतलब 13, 14, 15 नंबर। पहले चाहे दुख सुख, दूजे सुख दुख, दूजे चाहे उस्तत निंदा, तीजे च आ गया हरक ते सोग। इन्हां तिन्नां दी लड़ी बना के व्याख्या करके देखो क्या कमाल कीती महाराज ने। सुख दुख, उस्तत निंदा, हरक ते सोग। महाराज कहंदे ने देखो ये जिहड़ियां चीज़ां जिहदे ते व्यापरदियां ने, पहले च कहंदे भगवान दा रूप है, दूसरे में कहते जिउंदे जी मुक्त हो गया जिहड़ा इन्हां चीज़ां समझ गया। महाराज कहंदे हरक सोग जाके नहीं। हरक मैंने हो गया खुशी,
ਸੋਗ ਮੈਨ ਹੋ ਗਿਆ ਗਮ ਦੁੱਖ। ਇਹਦਾ ਵੀ ਮਤਲਬ ਉਹੀ ਬਣ ਗਿਆ, ਹਰਖ ਵਿੱਚ ਖੁਸ਼ੀ ਵਿੱਚ। ਮੰਨ ਲਓ ਘਰ ਵਿੱਚ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ ਤਾਂ ਵੀ ਉਹਦਾ ਸ਼ੁਕਰ ਕਰਦਾ ਹੈ, ਤੇ ਜੇ ਦਾਤ ਚਲੀ ਜਾਏ ਘਰ ਦੇ ਵਿੱਚੋਂ ਤੇ ਮਹਾਰਾਜ ਕਹਿੰਦੇ ਜਿਸ ਕੀ ਬਸਤ ਸੇ ਆਗਿਆ ਰੱਖੈ ਪ੍ਰਭ ਕੀ ਆਗਿਆ ਮੰਨੈ ਮਾਥੇ। ਮਹਾਰਾਜ ਕਹਿੰਦੇ ਫਿਰ ਜਿਹਦੀ ਵਸਤੂ ਉਹਦੇ ਅੱਗੇ ਰੱਖ ਦਿੱਤੀ ਤੇ ਉਹਦੇ ਆਗਿਆ ਨੂੰ ਮੱਥੇ ਤੇ ਪ੍ਰਵਾਨ ਕਰਕੇ ਮੰਨ ਲਿਆ। ਇਹਨੂੰ ਸੌਖਾ ਸਮਝਣ ਲਈ ਇੱਕ ਛੋਟੀ ਜੀ ਮੈਂ ਇਤਿਹਾਸ ਦੀ ਘਟਨਾ ਕਹਿ ਦਿੰਦਾ ਤਾਂ ਕਿ ਆਹ ਗੱਲ ਪੂਰੀ ਸਮਝ ਆ ਜਾਏਗੀ। ਹਰ ਇੱਕ ਸੋਗ ਜਾ ਕੇ ਨੇ, ਜਿਹੜਾ ਅੰਮ੍ਰਿਤਸਰ ਦਾ ਇੱਕ ਸ਼ਹਿਰ ਹੈ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਬਾਜ਼ਾਰ ਹੈ, ਉਹਦਾ ਨਾਮ ਹੈ ਮਾਈ ਸੇਵਾ ਦਾ ਬਾਜ਼ਾਰ। ਅੰਮ੍ਰਿਤਸਰ ਜਦੋਂ ਬਾਬਾ ਟੱਲ ਵਾਲੀ ਸਾਈਡ ਤੇ ਆਪਣਾ ਅਕਾਲ ਤਖਤ ਵਾਲੀ ਸਾਈਡ ਜਿਹੜੀ ਗਏ ਹੋਣਗੇ ਦਰਸ਼ਨ, ਉਧਰਲੀ ਸਾਈਡ ਤੋਂ ਜਦੋਂ ਆਪਾਂ ਦੇਖਾਂਗੇ ਇਹ ਬਹੁਤ ਛੋਟਾ ਭੀੜਾ ਬਾਜ਼ਾਰ, ਉਹਨੂੰ ਕਹਿੰਦੇ ਨੇ ਮਾਈ ਸੇਵਾ ਦਾ ਬਾਜ਼ਾਰ। ਹਰ ਇੱਕ ਸੋਗ ਦੀ ਮੈਂ ਗੱਲ ਕਰਨ ਲੱਗਾ, ਸੌਖੀ ਸਮਝ ਆ ਜਾਏਗੀ। ਇੱਥੇ ਇੱਕ ਬਹੁਤ ਪਿਆਰ ਵਾਲਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਿਆਰ ਕਰਨ ਵਾਲਾ ਇੱਕ ਪਰਿਵਾਰ ਰਹਿ ਰਿਹਾ ਸੀ ਜੁੜਾ। ਵਾਹਿਗੁਰੂ ਨੇ ਕਿਰਪਾ ਕੀਤੀ, ਇਹਨਾਂ ਦੇ ਘਰ ਵਿੱਚ ਪੁੱਤਰ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਹਨਾਂ ਦਾ ਪੁੱਤਰ 10-12 ਸਾਲ ਦੀ ਉਹਦੀ ਉਮਰ ਹੋਈ। ਮਾਂ ਬਾਪ ਨੇ ਬੜੀਆਂ ਰੀਝਾਂ ਨਾਲ ਬੜੀਆਂ ਲਾਡਾਂ ਨਾਲ ਪਾਲਿਆ, ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ, ਗੁਰੂ ਦੇ ਚਰਨਾਂ 'ਚ ਲਿਆਉਣਾ, ਰੋਜ਼ ਦਰਸ਼ਨ ਕਰਾਉਣੇ, ਮਾਂ ਦੀ ਸੇਵਾ ਕਰਾਉਣੀ। ਇੰਨਾ ਪਰਿਵਾਰ ਵਾਹਿਗੁਰੂ ਪ੍ਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਕਿ ਹੁਣ ਹਰ ਚੀਜ਼ ਨੂੰ ਅੱਜ ਸ਼ਲੋਕ ਅਸੀਂ ਵਿਚਾਰ ਰਹੇ ਨਾ, ਕਿ ਉਹ ਕਹਿ ਲਓ ਇਹ ਉਹਨਾਂ ਦੇ ਜੀਵਨ ਵਿੱਚ ਇਹ ਸਤਿਗੁਰੂ ਦੇ ਬਚਨ ਜਿਵੇਂ ਘਰ ਕਰ ਗਏ। ਹੁਣ ਇੱਕ ਦਿਨ ਘਟਨਾ ਇਹ ਵਾਪਰਦੀ ਹੈ ਕਿ ਇਸ ਦੀ ਮਾਤਾ ਪ੍ਰਸ਼ਾਦੇ ਰੱਖ ਕੇ ਆਪ ਕੰਮ ਜਾਂਦੀ ਹੈ ਤੇ ਇਹਨੂੰ ਕਹਿ ਜਾਂਦੀ ਬੱਚੇ ਨੂੰ ਕਿ ਤੂੰ ਜਦੋਂ ਉੱਠੇਗਾ ਪ੍ਰਸ਼ਾਦਾ ਛਕ ਲੈਣਾ। ਉਹਨੇ ਆਲੇ ਵਿੱਚ, ਆਲਾ ਸਮਝ ਗਏ ਨਾ ਆਪਾਂ, ਆਲੇ 'ਚ ਪ੍ਰਸ਼ਾਦਾ ਰੱਖਿਆ ਸੀ। ਇਹ ਬੱਚਾ ਪ੍ਰਸ਼ਾਦਾ ਲੈਣ ਲਈ ਜਦੋਂ ਅੰਦਰ ਗਿਆ, ਉਸ ਆਲੇ ਨੂੰ ਹੱਥ ਮਾਰਿਆ, ਉਹਦੇ ਵਿੱਚੋਂ ਸੱਪ ਨਿਕਲਿਆ, ਉਹਨੇ ਡੰਗ ਮਾਰਿਆ, ਇਸ ਬੱਚੇ ਦੀ ਮੌਤ ਹੋ ਗਈ। ਘਰ ਕੋਈ ਨਹੀਂ ਸੀ। ਇਹਦੀ ਮਾਤਾ ਆਈ, ਬੱਚੇ ਨੂੰ ਦੇਖਿਆ ਨੀਲਾ ਪਿਆ, ਮੌਤ ਹੋਈ ਦੇਖੀ, ਚੁੱਕਿਆ ਉਸਨੂੰ ਮੰਜੇ ਤੇ ਲਟਾਤਾ, ਉਧਰ ਚਾਦਰ ਪਾ ਦਿੱਤੀ ਤੇ ਸਤਿਗੁਰੂ ਦੀ ਬਾਣੀ ਦਾ ਜਾਪ। ਇਹ ਹੈ ਔਖੀ ਗੱਲ ਹੈ ਜੋ ਮੈਂ ਸੁਣਾ ਰਿਹਾ, ਮੈਂ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇਹਨੂੰ ਜੀਵਨ 'ਚ ਜਦੋਂ ਮਹਿਸੂਸ ਕਰਕੇ ਦੇਖੋਗੇ ਤੇ ਬਹੁਤ ਔਖੀ ਗੱਲ ਹੈ ਇਹ। ਪਰ ਮਹਾਰਾਜ ਜੋ ਕਹਿ ਰਹੇ ਹਰ ਇੱਕ ਸੋਗ ਜਾ ਕੇ ਨਹੀਂ, ਉਹ ਮੂਰਤ ਭਗਵਾਨ ਤੋਂ ਹੀ ਬਣਨਗੇ ਨਾ, ਮੁਕਤ ਤੋਂ ਹੀ ਬਣਨਗੇ ਜਿਹਨਾਂ ਕਮਾ ਕੇ ਵਿਖਾਇਆ ਸਾਨੂੰ। ਉਹਨਾਂ ਨੇ ਜਦੋਂ ਪਤੀ ਘਰੋਂ ਬਾਹਰ ਸੀ, ਉਹ ਵੀ ਆ ਗਿਆ ਤੇ ਇਹਨੇ ਦੱਸਿਆ ਨਹੀਂ ਵੀ ਅੱਜ ਵਾਪਰਿਆ ਕੀ ਹੈ। ਇੰਨੀ ਗੱਲ ਕਹੀ, ਸਵਾਮੀ ਜੀ ਜੇ ਸਾਡੇ ਘਰ ਵਿੱਚ ਕਿਸੇ ਦੀ ਅਮਾਨਤ ਹੋਵੇ ਤੇ ਉਹਨੂੰ ਅਮਾਨਤ ਮੋੜ ਦਈਏ ਤੇ ਮੋੜਨੀ ਚਾਹੀਦੀ ਹੈ ਕਿ ਨਹੀਂ ਮੋੜਨੀ ਚਾਹੀਦੀ? ਕਹਿੰਦੇ ਕਿ ਮੋੜਨੀ ਚਾਹੀਦੀ। ਆਪਾਂ ਤੇ ਬਚਨ ਗੁਰੂ ਦੇ ਸੁਣਦੇ, ਗੁਰੂ ਅਮਰਦਾਸ ਦਾ ਇੱਕ ਬਚਨ ਆਉਂਦਾ ਹੈ ਮਹਾਰਾਜ ਦਾ, ਪਰਾਈ ਅਮਾਨ ਕਿਉਂ ਰੱਖੀਏ ਦਿੱਤੀ ਹੀ ਸੁੱਖ ਹੋਏ। ਇਹ ਗੁਰੂ ਅਮਰਦਾਸ ਦਾ ਬਚਨ ਹੈ। ਪਰਾਈ ਅਮਾਨ ਦਾ ਮਤਲਬ ਹੋਗਾ ਪਰਾਈ ਅਮਾਨਤ ਕਿਸੇ ਦੀ ਨਹੀਂ ਰੱਖਣੀ ਚਾਹੀਦੀ, ਦਿੱਤੀ ਹੀ ਸੁੱਖ ਹੋਏ ਤਾਂ ਸੁੱਖ ਮਿਲੇਗਾ ਜੇ ਉਹਦੀ ਅਮਾਨਤ ਉਹਨੂੰ ਮੋੜ ਦਿੱਤੀ ਜਾਏ ਤਾਂ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ। ਉਹਨਾਂ ਨੇ ਕਿਹਾ ਕਿ ਨਹੀਂ, ਜੇ ਕਿਸੇ ਦੀ ਅਮਾਨਤ ਹੋਵੇ ਉਹਨੂੰ ਦੇ ਦੇਣੀ ਚਾਹੀਦੀ ਹੈ। ਫਿਰ ਕਹਿਣ ਲੱਗੇ ਜਿਸ ਦੀ ਅਮਾਨਤ ਜੇ ਉਹਨੂੰ ਦੇ ਦਈਏ ਤੇ ਦੁੱਖ ਹੁੰਦਾ ਹੈ ਆਪਣੇ ਆਪ ਨੂੰ ਕਿ ਨਹੀਂ ਹੁੰਦਾ? ਉਹ ਕਹਿੰਦੇ ਨਹੀਂ ਭਾਗਵਾਨ ਨੇ, ਦੁੱਖ ਕਾਹਦਾ ਹੋਇਆ? ਜਿਹਦੀ ਅਮਾਨਤ ਸੀ ਉਹਨੂੰ ਦੇ ਦਿੱਤੀ, ਦੁੱਖ ਕਿਹੜੀ ਚੀਜ਼ ਦਾ ਹੋਇਆ? ਕਹਿਣ ਲੱਗੀ ਫਿਰ ਸਾਡੇ ਘਰ 'ਚ ਵੀ ਕੋਈ ਅਮਾਨਤ ਸੀ ਕਿਸੇ ਦੀ, ਉਹ ਅਮਾਨਤ ਆਪਣੀ ਅੱਜ ਲੈ ਗਏ ਨੇ, ਇਸ ਕਰਕੇ ਮੈਂ ਤਾਂ ਪਹਿਲਾਂ ਦੱਸਦਾ ਕਿ ਤੁਸੀਂ ਬਾਅਦ 'ਚ ਜਦੋਂ ਮੈਂ ਅਮਾਨਤ ਦੱਸਣੀ ਹੈ ਵੀ ਕਿਹੜੀ ਹੈ ਤੇ ਫਿਰ ਤੁਸੀਂ ਕਿਤੇ ਧਾਹਾਂ ਨਾ ਮਾਰਨ ਲੱਗ ਪਓ। ਮੈਂ ਤਾਂ ਪਹਿਲਾਂ ਤੁਹਾਨੂੰ ਪੁੱਛ ਲਿਆ ਹੈ ਕਿ ਜਿਹੜੀ ਅਮਾਨਤ ਹੈ ਜੇ ਉਹਨੂੰ ਦੇ ਦਈਏ ਤੇ ਦੁੱਖ ਤਾਂ ਨਹੀਂ? ਕਹਿਣ ਲੱਗੇ ਕੋਈ ਦੁੱਖ ਨਹੀਂ। ਫਿਰ ਜਦੋਂ ਉਸ ਕੱਪੜੇ ਨੂੰ ਤੋਂ ਲਾ ਕੇ ਆਪਣੇ ਬੱਚੇ ਦਾ ਮੂੰਹ ਦਿਖਾਇਆ, ਕਹਿਣ ਲੱਗੀ ਆਹ ਸੀ ਅਮਾਨਤ ਸਾਡੇ ਘਰ ਵਿੱਚ, ਜਿਹੜੀ ਅਮਾਨਤ ਗੁਰੂ ਅੱਜ ਲੈ ਗਿਆ। ਇਹਨੂੰ ਮਹਾਰਾਜ ਕਹਿੰਦੇ ਹਰ ਇੱਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਇਹ ਹੈ ਜਿਸ ਕੀ ਬਸਤ ਸੇ ਆਗਿਆ ਰੱਖੈ ਪ੍ਰਭ ਕੀ ਆਗਿਆ ਮਨ ਹੈ ਮਸਤ, ਉਸ ਦੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ। ਤਾਂ ਦਿਆਲੂ ਹੁੰਦਾ ਹੈ। ਇੱਥੇ ਮਹਾਰਾਜ ਕਹਿੰਦੇ ਜਿਹਦੇ ਅੰਦਰ ਸੋਗ ਤੇ ਦੁੱਖ ਤੇ ਖੁਸ਼ੀ, ਇਹ ਦੋਨਾਂ ਚੀਜ਼ਾਂ ਨੂੰ ਬਰਾਬਰ ਜਾਣ ਲਏ ਤੇ ਬੈਰੀ ਤੇ ਮਿੱਤਰ ਨੂੰ ਬਰਾਬਰ ਜਾਣ ਲਏ। ਬਹੁਤ ਔਖੀ ਗੱਲ ਹੈ ਬੈਰੀ ਤੇ ਮਿੱਤਰ ਨੂੰ ਸਮ ਕਰਕੇ ਜਾਣਨਾ, ਬਰਾਬਰ ਕਰਕੇ ਜਾਣਨਾ। ਮਹਾਰਾਜ ਕਹਿੰਦੇ ਹਰ ਇੱਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਉਹਨੂੰ ਮੁਕਤ ਕਰਕੇ ਜਾਣ ਲੋ, ਜਿਉਂਦੇ ਜੀ ਮੁਕਤ ਹੋ ਗਿਆ ਜਿਹਨੇ ਇਸ ਤਰ੍ਹਾਂ ਕਰਕੇ ਆਪਣੇ ਜੀਵਨ ਨੂੰ ਬਣਾ ਲਿਆ ਖੁਸ਼ੀ ਗਮੀ ਸੋਗ ਤੇ ਹਰਖ ਤੇ ਬੈਰੀ ਤੇ ਮਿੱਤਰ, ਇਹਨੂੰ ਸਮ ਕਰਕੇ ਬਰਾਬਰ ਕਰਕੇ ਜਿੰਨੇ ਜਾਣ ਲਿਆ ਰੱਬ ਦੀ ਮੂਰਤ ਬਣ ਗਿਆ। ਇਹਦਾ ਮਤਲਬ ਮਹਾਰਾਜ ਦੇ 3 ਸ਼ਲੋਕਾਂ ਦੀ ਜਿਹੜੀ ਵਿਆਖਿਆ ਸੀ ਕੀਤੀ ਹੈ, ਤਿੰਨੋਂ ਦਾ ਪ੍ਰਕਰਨ ਇੱਕ ਚੱਲਦਾ ਪਿਆ ਕਿ ਦੁੱਖ ਸੁੱਖ ਲੋਭ ਮੋਹ ਅਭਿਮਾਨ, ਜਿਹਨੇ ਇਹਨੂੰ ਸਮਝ ਲਿਆ ਮੂਰਤ ਭਗਵਾਨ ਬਣ ਗਿਆ। ਮਹਾਰਾਜ ਕਹਿੰਦੇ ਉਸਤਤ ਨਿੰਦਿਆ ਜਿਹੜਾ ਇਹਨੂੰ ਸਮਝ ਗਿਆ ਤੇ ਜਿੰਨੇ ਕੰਚਨ ਸੋਨੇ ਨੂੰ ਇੱਕ ਬਰਾਬਰ ਜਾਣ ਲਿਆ ਮੁਕਤ ਹੋ ਗਿਆ।
तीसरे विच कहते हैं जिन्हें हर खुशी बैरी मित्र सब बराबर करके जान लिया, वो जीव भी मुक्त हो गया। सतगुरु कृपा करे इन्हां शब्दां नूं असीं अपने हिरदे विच धारण करिए। ਜਿਹੜੇ ਔਗਣ ਮਾਰੇ ਦੱਸ ਰਹੇ ਨੇ, ਔਗਣ ਨੂੰ ਆਪਣੀ ਜ਼ਿੰਦਗੀ ਚੋਂ ਜੀਵਨ ਚੋਂ ਕੱਢਣ ਦਾ ਯਤਨ ਕਰੀਏ, ਕੋਸ਼ਿਸ਼ ਕਰੀਏ। ਜੇ ਇੱਕ ਇੱਕ ਦੋ ਦੋ ਔਗਣ ਵੀ ਅਸੀਂ ਆਪਣੀ ਜ਼ਿੰਦਗੀ ਚੋਂ ਕੱਢਾਂਗੇ ਤੇ ਗੁਰਮੁਖੋ 2 4 10 ਮਹੀਨੇ ਵੀ ਜਦੋਂ ਲਾ ਲਓ, ਜੋ 2 4 ਸਾਲਾਂ 'ਚ ਵੀ ਕੱਢ ਲਈਏ, ਬਹੁਤ ਵੱਡੀ ਜਵਾਨਗੀ ਹੋਏਗੀ ਸਾਡੀ। ਜੇ ਅਸੀਂ ਆਏ ਤੇ ਉਹ ਕਿਤੇ ਗੱਲ ਨਾ ਹੋਵੇ ਭਾਈ ਗੁਰਦਾਸ ਜੀ ਵਾਲੀ, ਉਹ ਕਹਿੰਦੇ ਅੰਨਾ ਬੰਦਾ ਸੀ ਰੱਸੀ ਵੱਟਣ ਬਹਿ ਗਿਆ। ਭਾਈ ਗੁਰਦਾਸ ਕਹਿੰਦੇ ਅੰਨਾ ਸੀ ਰੱਸੀ ਵੱਟਣ ਬਹਿ ਗਿਆ, ਕਿਉਂਕਿ ਉਹਨੇ ਜਾਨਵਰ ਨੂੰ ਬੰਨਣਾ ਸੀ, ਬੱਚੇ ਨੂੰ ਬੰਨਣਾ ਸੀ। ਹੈ ਸੀ ਇੰਨਾ ਵਿਚਾਰਾ ਜਿੰਨੀ ਕੁ ਰੱਸੀ ਵੱਟਦਾ ਉਨੀ ਜਿਹੜਾ ਬੱਚਾ ਸੀ ਲਾਗੂ ਖਾਈ ਗਿਆ। ਉਹਨੇ ਵੇਖਿਆ ਵੀ ਰੱਸੀ ਤਾਂ ਬਹੁਤ ਜ਼ਿਆਦਾ ਵੱਟੀ ਸੀ, ਪਰ ਇਹ ਚਲੀ ਕਿੱਧਰ ਗਈ? ਸਵੇਰ ਤੋਂ ਸ਼ਾਮਾਂ ਤੱਕ ਹੀ ਵੱਟਣ ਡਿਆ, ਰਹਿੰਦੀ ਉਨੀ ਕੁ ਜਿੰਨੀ ਕੁ ਮੇਰੇ ਹੱਥ 'ਚ ਹੈ। ਕਿਸੇ ਸਿਆਣੇ ਬੰਦੇ ਜਿਹੜਾ ਸਜਾਖਾ ਸੀ ਉਹਨੇ ਆ ਕੇ ਵੇਖਿਆ, ਕਹਿੰਦਾ ਸਵੇਰ ਦਾ ਰੱਸੀ ਵੱਟਣ ਡਿਆ ਸੀ, ਉਨੀ ਕੀ ਹੈ? ਉਹ ਕਹਿੰਦਾ ਸਮਝ ਮੈਨੂੰ ਵੀ ਨਹੀਂ ਆਈ। ਕਹਿੰਦਾ ਜਿਹਨੂੰ ਵੱਟਣ ਵਾਸਤੇ ਤੂੰ ਕੋਸ਼ਿਸ਼ ਕਰਦਾ ਉਹ ਤੇ ਨਾਲੋਂ ਨਾਲ ਚੱਬੀ ਜਾਂਦਾ, ਖਾਈ ਜਾਂਦਾ। ਦੂਸਰੀ ਉਦਾਹਰਨ ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਆਪਣਾ ਤੇਲੀ ਦਾ ਕੋਲੂ ਹੁੰਦਾ ਬੈਲ, ਉਹ ਸਾਰਾ ਦਿਨ ਚੱਲਦਾ ਹੈ, ਸ਼ਾਮ ਨੂੰ ਜਦੋਂ ਖੋਪਾ ਲਾਇਆ ਜਾਂਦਾ ਉਹਦੀਆਂ ਅੱਖਾਂ ਤੋਂ, ਤੇ ਜਦੋਂ ਖੋਪਾ ਲੱਗਾ ਹੁੰਦਾ ਜਦੋਂ ਤੁਰਦਾ ਕਹਿੰਦਾ ਬੱਲੇ ਬੱਲੇ ਅੱਜ ਤੇ ਬਈ ਇੰਨਾ ਪੈਂਡਾ ਕਰ ਲਿਆ ਨਾ, ਕਮਾਲ ਹੀ ਹੋ ਗਈ, ਥੱਕ ਗਿਆ ਮੈਂ। ਜਦੋਂ ਕਹਿੰਦੇ ਸ਼ਾਮਾਂ ਨੂੰ ਉਹਨੇ ਤੇਲੀ ਨੇ ਦੇ ਖੋਪੇ ਲਾਏ ਤੇ ਵੇਂਦਾ ਤੇ ਉੱਥੇ ਹੀ ਸੀ ਜਿੱਥੋਂ ਮੈਂ ਸਵੇਰੇ ਚੱਲਿਆ ਸੀ, ਉੱਤੇ ਖੜਾ। ਭਾਈ ਗੁਰਦਾਸ ਦੇ ਬੋਲ ਨੇ ਸਾਡੇ ਤੇ ਢੁਕਦੇ ਨੇ, ਜੈਸੇ ਬੈਰ ਤੇਲੀ ਕੋ ਜਾਨ ਨੈਣ ਉਗਰ ਤਵਈ ਠੌਰ ਹੀ ਠਿਕਾਨੋ ਹੈ। ਭਾਈ ਸਾਹਿਬ ਕਹਿੰਦੇ ਜੈਸੇ ਜੇਵਰੀ ਬੜਤ ਆਂਦਲਵਾ ਚਿੰਤ ਚਿੰਤ ਜਾਤ ਖਾਤ ਬਸ਼ਰੋ ਟਟੋਰੇ ਪਛਤਾਨੂ ਹੈ। ਭਾਈ ਸਾਹਿਬ ਜੀ ਕਹਿੰਦੇ ਬਾਅਦ ਚ ਮੁੜ ਕੇ ਜਦੋਂ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਕਹਿੰਦੇ ਆ ਪਤਾ ਨਹੀਂ ਲੱਗਾ ਕੀ ਕਿਹਾ ਬਾਬੇ ਨੇ। ਪਤਾ ਤਾਂ ਲੱਗੇ ਜੇ ਮਨ ਹਾਜ਼ਰ ਹੋਏਗਾ ਤਾਂ ਉਸ ਚੀਜ਼ ਦਾ ਪਤਾ ਲੱਗੇਗਾ। ਜੇ ਮਨ ਹਾਜ਼ਰ ਕਰਕੇ ਅਸੀਂ ਉਹ ਸਾਰਾ ਕੁਝ ਸੁਣ ਲਿਆ, ਫਿਰ ਯਤਨ ਕਰੀਏ ਕਿ ਉਹਨਾਂ ਦੇ ਉੱਤੇ ਅਮਲ ਕਰਕੇ ਆਪਣੀ ਜ਼ਿੰਦਗੀ ਨੂੰ ਉਹਦੇ ਉੱਤੇ ਧਾਰਨ ਕਰਕੇ, ਤਾਂ ਜੋ ਅੱਜ ਸ਼ਬਦ ਗੁਰੂ ਸਾਹਿਬ ਨੇ ਕਿਹਾ ਨਾ ਕਿ ਮੂਰਤ ਭਗਵਾਨ ਜਾਂ ਉਹ ਮੁਕਤ ਹੋ ਜਾਂਦੇ ਨੇ। ਮੁਕਤ ਤਾਹੇ ਤੇ ਜਾਣ, ਜੇ ਚਾਹੁੰਦੇ ਆ ਮੂਰਤ ਭਗਵਾਨ ਬਣਦੀ, ਜੇ ਚਾਹੁੰਦੇ ਆ ਜਿਉਂਦੇ ਜੀ ਮੁਕਤ ਹੋਣਾ, ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ, ਤਾਂ ਹੋਣਗੇ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਬਦ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ